प्रभ ते तुमरे, तब ते को अंक तरे नहीं आन्यो। राम रहीम पुराण कुरान, अनेक है मत एक न मान्यो। सिमरत शास्त्र वेद सब, बहु भेद कह हम एक न जान्यो। श्री असपान कृपा तुमरी कर, मैं न कहियो। सब तोहे बखान्यो। श्री असपान कृपा तुमरी कर, मैं ना कहियो। सब तोहे बखान्यो। राम नाम और मैं गहियो, जाके सम नहीं कोय। जेह सिमरत संकट मिटै, दरस तुहारो होए। अंदर सच्चा नेह, लाया प्रीतम अपन। तन मन होए निहाल, जा गुर देखा सामने। वाहिगुरु साहिब जी, सतगुर मत गूढ़। बिमल सत संगत, आत्म रंग चलूल भया। जागिया मन कवल सहज प्रकाशिया। अपैन रंजन करहे लहा। सतगुर मत गूढ़, बिमल सत संगत। आत्म रंग चलूल भया। जागिया मन कवल सहज प्रकाशिया। अपैन रंजन करहे लहा। सतगुर दयाल हर नाम दिरड़ाया। तिस प्रसाद वास पंच करे। कव कल ठाकुर हरदास तने। गुर रामदास सारे अपार भरे। सतगुर दयाल हर नाम दिरड़ाया। तिस प्रसाद वास पंच करे। कव कल ठाकुर
हरदास तने गुर रामदास सार अपार भरे। वाहिगुरु जी का खालसा वाहिगुरु जी की फतेह। सतसंगत जी, सतगुरां दे इन्हां पावन बचनां दी विचार दी सेवा निभा रहे हैं सत्कारयोग ਗਿਆਨੀ ਪਿੰਦਰਪਾਲ ਸਿੰਘ जी। आओ उन्हां पासों ਰੱਬੀ ਵਿਚਾਰਾਂ ਸਰਵਣ ਕਰੀਏ। ਆਪ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ। ਅੱਜ ਕਲਗੀਧਰ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦਾ ਗੁਰਗੱਦੀ ਤੇ ਸੁਭਾਇਮਾਨ ਹੋਣ ਦਾ ਗੁਰਪੁਰਬ ਹੈ। 4 ਤਰੀਕ ਨੂੰ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀਆਂ ਦਾ ਸ਼ਹੀਦੀ ਗੁਰਪੁਰਬ ਹੈ। 4 ਤਰੀਕ ਨੂੰ ਹੀ ਗੁਰਦੁਆਰਾ ਸੀਸਗੰਜ ਸਾਹਿਬ ਤੋਂ ਨਗਰ ਕੀਰਤਨ ਆਰੰਭ ਹੋ ਕੇ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਸੰਪੂਰਨਤਾ ਹੋਵੇਗੀ। 5 ਤਰੀਕ ਦੇ ਭਾਰੀ ਦੀਵਾਨ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਸਜਣਗੇ। ਸੰਗਤਾਂ ਦੇ ਚਰਨਾਂ ਵਿੱਚ ਬੇਨਤੀ, ਵੱਧ ਤੋਂ ਵੱਧ ਹਾਜ਼ਰੀਆਂ ਭਰ ਕੇ ਗੁਰੂ ਘਰਾਂ ਦੀਆਂ ਸੇਵਾਵਾਂ ਕਰਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਧੰਨ ਵਾਹਿਗੁਰੂ ਸਾਹਿਬ ਜੀਓ। हम मैले तुम उजल करते, हम निर्गुण तू दाता। हम मैले तुम उजल करते, हम निर्गुण तू दाता। हम मूरख तुम चतुर सियाणे, तू सर्व कला का ज्ञाता। माधो हम ऐसे तू ऐसा, हम पापी तुम पाप खंडन। नीको ठाकुर देसा माधो हम ऐसे तू ऐसा, हम पापी तुम पाप खंडन। नीको ठाकुर देसा। परम सम्मान योग बाला प्रीतम अष्टम बलबीरा, जिस डिठे सब दुख जाए। सतगुरु गुरु हरकृष्ण साहिब महाराज जी दे पावन पवित्र अस्थान गुरुद्वारा बंगला साहिब जी विखे सतगुरु श्री गुरु ग्रंथ साहिब महाराज जी दी पावन पवित्र खजूरी अंदर अमृत वेले तो सजे हुए
ਗੁਰਮਤ ਦੀਵਾਨ ਦੀ ਹਾਜ਼ਰੀ ਭਰ ਰਹੇ ਗੁਰੂ ਸਵਾਰੇ ਸਤ ਸੰਗੀ ਜਨੋ, ਸਤਿਗੁਰਾਂ ਦੇ ਅੰਮ੍ਰਿਤ ਬਚਨ ਆਸਾ ਕੀ ਵਾਰ ਦਾ ਕੀਰਤਨ ਆਪ ਜੀ ਨੇ ਭਾਈ ਸਾਹਿਬ ਜੀ ਤੋਂ ਸ਼ਰਵਣ ਕੀਤਾ ਹੈ। ਜੋ ਲੜੀਵਾਰ ਭੱਟ ਸਹਿਬਾਨ ਜੀ ਦੀ ਰਸਨਾ ਤੋਂ ਉਚਾਰਨ ਕੀਤੇ ਹੋਏ ਗੁਰੂ ਜੋਤ ਦੀ ਸਿਫਤ ਵਿੱਚ ਸਵਈਏ ਨੇ, ਉਹਨਾਂ ਸਵਈਆਂ ਦੀ ਵਿਚਾਰ ਆਪ ਜੀ ਸਤਿਕਾਰਯੋਗ ਵਿਦਵਾਨ ਪੁਰਖਾਂ ਪਾਸੋਂ ਸ਼ਰਵਣ ਕਰ ਰਹੇ ਹੋ। ਹੁਣੀ ਸਨਮਾਨਯੋਗ ਭਾਈ ਸਾਹਿਬ ਜੀ ਨੇ ਗੁਰੂ ਰਾਮਦਾਸ ਦੀ ਸਿਫਤ ਵਿੱਚ ਭੱਟ ਕਲ ਜੀ ਦਾ ਉਚਾਰਨ ਕੀਤਾ ਹੋਇਆ ਸਵਈਆ, ਇਸ ਦਾ ਪਾਠ ਸ਼ਰਵਣ ਕੀਤਾ ਹੈ। ਗੁਰੂ ਰਾਮਦਾਸ ਦੀ ਸਿਫਤ ਵਿੱਚ ਇਹ ਤੀਸਰਾ ਸਵਈਆ ਹੈ। ਆਓ ਇਸ ਸਵਈਏ ਦੇ ਨਾਲ ਹੀ ਚੌਥਾ ਜੋ ਸਵਈਆ ਹੈ, ਇਹਨਾਂ ਦੋ ਸਵਈਆਂ ਦੀ ਵਿਚਾਰ ਅਖਰੀ ਅਰਥ, ਭਾਵ ਅਰਥ ਔਰ ਸਮੇਂ ਦੇ ਲਿਹਾਜ਼ ਨਾਲ ਸੰਖੇਪ ਆਪਾਂ ਵਿਆਖਿਆ ਕਰਨ ਦਾ ਯਤਨ ਕਰਾਂਗੇ। ਆਪ ਜਿਤਨੇ ਹਜ਼ੂਰ ਦੇ ਚਰਨਾਂ ਵਿੱਚ ਉਪਸਥਿਤ ਹੋ ਜਾਂ ਦੇਸ਼ ਵਿਦੇਸ਼ ਜਿੱਥੇ ਵੀ ਬੈਠੇ, ਸਤਿਗੁਰੂ ਦੇ ਇਸ ਦਰਬਾਰ ਦੇ ਰਾਹੀਂ ਇਸ ਦਰਬਾਰ ਵਿੱਚੋਂ ਵਿਚਾਰ ਕੀਰਤਨ ਪਾਠ ਸਰਵਣ ਕਰ ਰਹੇ ਹੋ। ਬਖਸ਼ੋ ਅਸੀਸ ਸਤਿਗੁਰੂ ਗੁਰੂ ਰਾਮਦਾਸ ਜੀ ਮਹਾਰਾਜ ਹਿਰਦੇ ਦੀ ਗਰੀਬੀ ਨਿਮਰਤਾ ਦੀ ਦਾਤ ਬਖਸ਼ ਕੇ ਆਪਣੇ ਸ਼ਬਦ ਦੀ ਕਲਾ ਵਰਤਾ ਕੇ ਆਪ ਵਿੱਚ ਵਰਤ ਕੇ ਵਿਚਾਰ ਕਰਾ ਲਵੋ। ਸਾਧ ਸੰਗਤ, ਵਿਚਾਰ ਦੀ ਆਰੰਭਤਾ ਤੋਂ ਪਹਿਲਾਂ ਗੁਰੂ ਬਖਸ਼ੀ ਫਤਿਹ ਸਵੀਕਾਰ ਕਰੋ ਔਰ ਉਚਾਰਨ ਕਰੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਗੁਰਬਾਣੀ ਦੇ ਅੰਦਰ ਜਿੱਥੇ ਅਸੀਂ 6 ਗੁਰੂ ਸਾਹਿਬਾਨਾਂ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤੀ ਹੋਈ ਬਾਣੀ ਦੇ ਦਰਸ਼ਨ ਕਰਦੇ ਹਾਂ, ਉੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਦਰ 15 ਭਗਤ ਉਹਨਾਂ ਦੀ ਰਸਨਾ ਤੋਂ ਉਚਾਰਨ ਕੀਤੇ ਹੋਏ ਰੱਬੀ ਬੋਲ ਉਹਨਾਂ ਦੇ ਦਰਸ਼ਨ ਦੀਦਾਰ ਕਰਦੇ ਹਾਂ। ਉੱਥੇ ਗੁਰੂ ਘਰ ਦੇ ਰਬਾਬੀ ਰਾਏ ਬਲਵੰਡ ਔਰ ਭਾਈ ਸੱਤਾ ਜੀ, ਉਹਨਾਂ ਦੀ ਉਚਾਰਨ ਕੀਤੀ ਹੋਈ ਵਾਰ ਰਾਮ ਕਲੀ ਕੀ ਵਾਰ ਵਿੱਚ 8 ਪੌੜੀਆਂ ਅੰਦਰ 5 ਗੁਰੂ ਸਾਹਿਬਾਨਾਂ ਦੀ ਸਿਫਤੋ ਸਲਾਹ ਦੇ ਬੋਲ ਅਸੀਂ ਪੜ੍ਹਦੇ ਹਾਂ। ਜਿੱਥੇ ਭਗਤ ਸਾਹਿਬਾਨ, ਰਬਾਬੀ ਸਾਹਿਬਾਨ, ਗੁਰੂ ਕੇ ਸਿੱਖ ਗੁਰੂ ਅਮਰਦਾਸ ਮਹਾਰਾਜ ਜੀ ਦੇ ਪੜਪੋਤੇ ਬਾਬਾ ਸੁੰਦਰ ਜੀ, ਉਹਨਾਂ ਦਾ ਰਾਮਕਲੀ ਸੱਤ ਜੋ ਹੈ ਉਸ ਦੇ ਦਰਸ਼ਨ ਵੀ ਅਸੀਂ ਗੁਰੂ ਗ੍ਰੰਥ ਸਾਹਿਬ ਵਿੱਚ ਕਰਨੇ। ਇਸ ਤੋਂ ਇਲਾਵਾ ਸ਼ਲੋਕ ਮਰਦਾਨਾ ਪਹਿਲਾ ਭਾਈ ਮਰਦਾਨਾ ਸਾਹਿਬ ਜੀ ਨੂੰ ਮੁਖਾਤਬ ਕਰਕੇ ਕਹੇ ਕੋਈ ਬਚਨ, ਔਰ ਖਾਸ ਕਰਕੇ 11 ਭੱਟ ਸਾਹਿਬਾਨ ਜਿਨ੍ਹਾਂ ਨੇ 5 ਗੁਰੂ ਸਾਹਿਬਾਨਾਂ ਦੀ ਸਿਫਤ ਅੰਦਰ ਗੁਰੂ ਨਾਨਕ ਸਾਹਿਬ, ਗੁਰੂ ਅੰਗਦ ਦੇਵ, ਗੁਰੂ ਅਮਰਦਾਸ, ਸਤਿਗੁਰੂ ਗੁਰੂ ਰਾਮਦਾਸ ਔਰ ਗੁਰੂ ਅਰਜੁਨ ਦੇਵ ਜੀ ਦੀ ਸਿਫਤ ਦੇ ਅੰਦਰ ਆਪਣੀ ਮੁਬਾਰਕ ਰਸਨਾ ਤੋਂ ਸਵਈਏ ਉਚਾਰਨ ਕੀਤੇ। ਇਹਨਾਂ ਵਿੱਚ
123 ਸਵਈਏ ਟੋਟਲ ਨੇ ਭੱਟ ਸਾਹਿਬਾਨ ਦੇ ਉਚਾਰਨ ਕੀਤੇ ਹੋਏ। ਭਾਵਾਂ ਕਿ ਆਪ ਨੂੰ ਗੁਰਮੁਖ ਵਿਦਵਾਨ ਇਹ ਗੱਲ ਜ਼ਰੂਰ ਸਰਵਣ ਕਰਾ ਕੇ ਗਏ ਹੋਣਗੇ। 100 ਤੇ ਅਸੀਂ ਜਦੋਂ 23 ਸਵਈਆਂ ਦੇ ਦਰਸ਼ਨ ਕਰਦੇ ਖਾਂ, ਇਹਦੇ ਵਿੱਚ 63 ਸਵਈਏ 4 ਗੁਰੂ ਸਾਹਿਬਾਨ ਦੀ ਸਿਫਤ ਵਿੱਚ ਨੇ। ਗੁਰੂ ਨਾਨਕ ਸਾਹਿਬ, ਗੁਰੂ ਅੰਗਦ ਦੇਵ, ਗੁਰੂ ਅਮਰਦਾਸ ਔਰ ਗੁਰੂ ਅਰਜਨ ਦੇਵ ਜੀ, ਉਹਨਾਂ ਦੀ ਸਿਫਤ ਵਿੱਚ 63 ਸਵਈਏ ਭੱਟ ਸਾਹਿਬਾਨ ਨੇ ਉਚਾਰਨ ਕੀਤੇ। ਇਕੱਲੇ ਸਤਿਗੁਰੂ ਗੁਰੂ ਰਾਮਦਾਸ, ਉਹਨਾਂ ਦੀ ਸਿਫਤ ਵਿੱਚ ਭੱਟ ਸਾਹਿਬਾਨ ਜੀ ਨੇ 60 ਸਵਈਏ ਉਚਾਰਨ ਕੀਤੇ। ਜਿਨ੍ਹਾਂ 60 ਸਵਈਆਂ ਦੇ ਵਿੱਚੋਂ 2 ਸਵਈਆਂ ਦੀ ਵਿਚਾਰ ਆਪ ਕੱਲ ਤੱਕ ਦਾਸ ਦਾ ਖਿਆਲ ਹੈ ਕਿ ਸਰਵਣ ਕਰ ਚੁੱਕੇ ਹੋ, ਕਿਉਂਕਿ ਇਹ 4 ਸਵਈਏ ਜਿਹੜੇ ਨੇ ਅਗ 2 ਸਰਵਣ ਕਰ ਲਏ ਨੇ, ਤੀਸਰੇ ਤੇ ਚੌਥੇ ਸਵਈਏ ਦੀ ਆਪਾਂ ਅੱਜ ਵਿਚਾਰ ਕਰਨੀ ਹੈ। ਇਹਨਾਂ 4 ਸਵਈਆਂ ਦੀ ਸੰਪੂਰਨਤਾ ਜਿਹੜੀ ਹੈ ਉਹ ਇੱਕੋ ਤੁਕ ਤੇ ਹੁੰਦੀ ਹੈ। ਆਪ ਜੀ ਨੇ ਆਰੰਭ ਵਿੱਚ ਜਿਹੜਾ ਸਵਈਆ ਸਰਵਣ ਕੀਤਾ ਹੋਣਾ, ਉਹਦੇ ਵਿੱਚ ਭੱਟ ਸਾਹਿਬਾਨ ਜੀ ਦੇ ਬਚਨ ਨੇ, ਹਰ ਨਾਮ ਰਸਿਕ ਗੋਬਿੰਦ ਗੁਣ ਗਾਹਕ, ਚਾਹਕ ਤਤ ਸਮਤ ਸਰੇ, ਕਵ ਕੱਲ ਠਾਕੁਰ ਹਰਦਾਸ ਤਨੇ, ਗੁਰੂ ਰਾਮਦਾਸ ਸਰ ਅਪਾਰ ਪਰੇ। ਇਹ ਜਿਹੜਾ ਬਚਨ ਹੈ ਕਵ ਕੱਲ ਠਾਕੁਰ ਹਰਦਾਸ ਤਨੇ, ਗੁਰੂ ਰਾਮਦਾਸ ਸਰ ਅਪਾਰ ਪਰੇ, ਇਹ 4 ਸਵਈਆਂ ਦੇ ਅਖੀਰ ਵਿੱਚ ਭੱਟ ਕਲਸ਼ ਜੀ ਨੇ, ਭੱਟ ਕਲ ਜੀ ਨੇ, ਭੱਟ ਕਲਸਹਾਰ ਜੀ ਨੇ ਇਸ ਇੱਕ ਹੀ ਤੁਕ ਨੂੰ ਦਰਜ ਕੀਤਾ ਹੈ। ਔਰ ਥੋੜੀ ਜੀ ਬੇਨਤੀ ਮੈਂ ਆਰੰਭ ਵਿੱਚ ਆਪ ਜੀ ਦੇ ਸਨਮੁਖ ਹੋਰ ਕਰਦੇ ਹਾਂ ਕਿ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਗੁਰਬਾਣੀ ਵਿੱਚ ਅਸੀਂ ਸਿਫਤ ਪੜ੍ਹਨੇ ਆ ਪਾਰ ਬ੍ਰਹਮ ਪਰਮੇਸ਼ਵਰ ਦੀ। ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਵਿੱਚ ਬੜੇ ਬੋਲ ਨੇ। ਫਿਰ ਕਈ ਵਾਰੀ ਸੋਚੀਦਾ ਹੈ ਕਿ ਜਿੱਥੇ ਇੱਕ ਓੰਕਾਰ ਦੀ ਸਿਫਤ ਕੀਤੀ ਗਈ, ਉੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਗੁਰਬਾਣੀ ਦੇ ਵਿੱਚ ਗੁਰ ਪਰਮੇਸ਼ਵਰ ਦੀ ਸਿਫਤ ਦੇ ਅਨੇਕਾਂ ਬਚਨ ਉਚਾਰਨ ਕੀਤੇ। ਕੇਵਲ ਭੱਟ ਸਾਹਿਬਾਨ, ਕੇਵਲ ਬਾਬਾ ਸੁੰਦਰ ਜੀ ਜਾਂ ਸੱਤਾ ਤੇ ਬਲਵੰਡ ਹੀ ਨਹੀਂ, ਗੁਰੂ ਸਾਹਿਬ ਦੀ ਬਾਣੀ ਵਿੱਚੋਂ ਵੀ ਸਾਨੂੰ ਆਦ ਗੁਰੂ ਦੀ ਸਿਫਤ ਵਿੱਚ ਉਚਾਰਨ ਕੀਤੇ ਹੋਏ ਅੰਮ੍ਰਿਤ ਬੋਲ ਮਿਲਦੇ। ਪਹਿਲੀ ਬੇਨਤੀ ਇਹ ਵੇ ਕਿ ਜਿਹੜੀ ਇਹ ਸਿਫਤ ਕੀਤੀ ਗਈ ਹੈ ਗੁਰੂ ਗ੍ਰੰਥ ਸਾਹਿਬ ਅੰਦਰ ਇੱਕ ਓੰਕਾਰ, ਤੇ ਇਹ ਸੱਚ ਹੈ ਕਿ ਸੂਝਵਾਨ ਵੀਰ ਪ੍ਰਚਾਰਕ ਜਾਂ ਵਿਦਵਾਨ ਪੁਰਸ਼ ਦੱਸਦੇ ਨੇ ਕਿ ਇੱਕ ਓੰਕਾਰ ਜੋ ਹੈ ਉਹ ਅਸਲ ਚ ਅੰਕੁਰ ਹੈ। ਇਉਂ ਕਹਿ ਲਵਾਂ ਕਿ ਉਹ ਬੀਜ ਹੈ। ਜਿਹੜਾ ਜਪਜੀ ਸਾਹਿਬ ਹੈ ਇਸ ਬੀਜ ਦੇ ਵਿੱਚੋਂ ਨਿਕਲਿਆ ਹੋਇਆ ਅੰਕੁਰ ਹੈ, ਤੇ ਪੂਰਾ ਗੁਰੂ ਗ੍ਰੰਥ ਸਾਹਿਬ ਜਿਹੜਾ ਹੈ ਉਹ ਸ਼ਾਖਾਵਾਂ ਨੇ, ਫੁੱਲ ਫਲ ਤੇ ਪੱਤੇ। ਇਹ ਸਿਰ ਸਮਝਣ ਵਾਸਤੇ ਹੈ। ਇੱਕ ਓੰਕਾਰ ਦਰਅਸਲ ਬੀਜ ਹੈ। ਤੇ ਅਸੀਂ ਗੁਰੂ ਗ੍ਰੰਥ ਸਾਹਿਬ ਵਿੱਚ ਦਾਸ ਨੇ ਕਈ ਵਾਰੀ ਅਰਜ਼ ਕੀਤੀ, ਜਿੱਥੇ ਇੱਕ ਪਰਮਾਤਮਾ ਦੀ ਸਿਫਤ ਹੈ, ਅਸੀਂ ਸਾਰੇ ਬਾਣੀ ਚ ਪਰਮਾਤਮਾ ਦੀ ਸਿਫਤ ਦੇ ਬੋਲ ਪੜ੍ਹਦੇ ਹਾਂ ਕਿ ਸਾਹਿਬ ਮੇਰਾ ਏਕੋ ਹੈ ਭਾਈ ਏਕੋ ਹੈ, ਇਹ ਸ਼ਬਦ ਕਹੇ। ਜਾਂ ਗੁਰੂ ਨਾਨਕ ਸਾਹਿਬ ਦੇ ਬੋਲ ਨੇ ਕਿ ਭੀ ਤੇਰੀ ਕੀਮਤ ਨਾ ਪਵੈ ਹੋ ਕੇਵੜ ਆਖਾਂ ਨਾ। ਜਾਂ ਸਤਿਗੁਰੂ ਦੇ ਅੰਮ੍ਰਿਤ ਬੋਲ ਅਸੀਂ ਪੜ੍ਹਨੇ ਆ ਕਿ ਤੂੰ ਠਾਕਰੋ ਬੈਰਾਗਰੋ, ਮੈਂ ਜਿਹੀ ਘਣ ਚੇਰੀ ਰਾਮ, ਤੂੰ ਸਾਗਰੋ ਰਤਨਾਗਰੋ, ਖੌਸਾਰ ਨ ਜਾਣਾ ਤੇਰੀ ਰਾਮ, ਤੂੰ ਦਰਿਆਓ ਦਾਨਾ ਬੀਨਾ, ਮੈਂ ਮਛਲੀ ਕੈਸੇ ਅੰਤ ਲਖਾਂ। ਇਸ ਬੜੇ ਸ਼ਬਦ ਜੀ ਪਰਮਾਤਮਾ ਦੀ ਸਿਫਤ ਵਿੱਚ। ਉਸ ਤੋਂ ਇਲਾਵਾ ਜਿੱਥੇ ਪਰਿਪੂਰਨ ਪਰਮਾਤਮਾ ਦੀ ਸਿਫਤ ਵੀ ਸ਼ਬਦ ਨੇ, ਪਾਠ ਕਰਨ ਵਾਲੇ ਗੁਰਸਿੱਖਾਂ ਨੂੰ ਪਤਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਗੁਰਬਾਣੀ ਵਿੱਚ ਪਰਮਾਤਮਾ ਦੀ ਸਿਫਤ ਵਿੱਚ ਜਿਹੜੇ ਸ਼ਬਦ ਉਚਾਰਨ ਕੀਤੇ ਗਏ, ਉਹਨਾਂ ਸ਼ਬਦਾਂ ਦੀ ਸਿਫਤ ਵਿੱਚ ਵੀ ਸ਼ਬਦ ਉਚਾਰਨ ਕੀਤੇ ਗਏ। ਫਿਰ ਇਸ ਨੁਕਤੇ ਨੂੰ ਸੁਣਿਓ। ਇੱਕ ਤਾਂ ਪਾਰ ਬ੍ਰਹਮ ਪਰਮੇਸ਼ਵਰ ਦੀ ਸਿਫਤ, ਉਸ ਤੋਂ ਇਲਾਵਾ ਉਹ ਸ਼ਬਦ ਜਿਨ੍ਹਾਂ ਵਿੱਚ ਪਰਮਾਤਮਾ ਦੀ ਸਿਫਤ ਹੈ, ਉਸ ਬਾਣੀ ਦੀ ਸਿਫਤ ਵਿੱਚ ਵੀ ਗੁਰਦੇਵ ਨੇ ਬਾਣੀ ਉਚਾਰਨ ਕੀਤੀ।
ਜਿਵੇਂ ਅਸੀਂ ਪ੍ਰਮਾਣ ਦਿੱਤੇ ਸਾਰੇ ਬਾਣੀ ਨੇ, ਪਰ ਸਤਿਗੁਰੂ ਤਾਂ ਬਾਣੀ ਦੀ ਸਿਫਤ ਵੀ ਕਰਦੇ ਆ, ਵਾਹ ਵਾਹ ਬਾਣੀ ਨਿਰੰਕਾਰ ਹੈ। ਗੁਰੂ ਸਾਹਿਬ ਬਾਣੀ ਦੀ ਸਿਫਤ ਵਿੱਚ ਕਹਿੰਦੇ ਨੇ ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਬਾਣੀ ਦੀ ਸਿਫਤ ਵਿੱਚ ਵੀ ਬਾਣੀ ਅਸੀਂ ਪਾਠ ਕਰਨੇ ਆ, ਧੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ। ਇਹ ਬਾਣੀ ਜੋ ਜਿਉ ਜਾਣੈ ਤਿਸ ਅੰਤਰ ਰਵੈ ਖਰਨਾਮਾ। ਮੇਰੇ ਕਹਿਣ ਤੋਂ ਮੁਰਾਦ ਪਰਮਾਤਮਾ ਦੀ ਸਿਫਤ ਵਿੱਚ ਜਿਹੜੀ ਬਾਣੀ ਹੈ, ਗੁਰੂ ਨੇ ਸਿਫਤ ਦੀ ਬਾਣੀ ਵਿੱਚ ਵੀ ਬਾਣੀ ਉਚਾਰਨ ਕੀਤੀ, ਪਰਮਾਤਮਾ ਦੀ ਸਿਫਤ ਦੀ ਬਾਣੀ ਵਿੱਚ ਵੀ ਬਾਣੀ, ਫਿਰ ਉਹਦੀ ਸਿਫਤ ਵਿੱਚ ਨਾਮ ਦਾ ਜ਼ਿਕਰ ਹੈ। ਉਸ ਤੋਂ ਇਲਾਵਾ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਸਮਰੱਥ ਗੁਰੂ ਦੀ ਸਿਫਤ ਬਹੁਤ ਕੀਤੀ ਗਈ। ਹਾਲਾਂਕਿ ਮਤ ਸੋਚਿਓ ਮੈਂ ਸਬਜੈਕਟ ਤੋਂ ਬਿਲਕੁਲ ਦੂਰ ਨਹੀਂ ਜਾਵਾਂਗਾ। ਜਿਹੜਾ ਸਵਈਆ ਸਾਡੇ ਸਾਹਮਣੇ ਨੇ, ਦੋ ਸਵਈਏ, ਅਸੀਂ ਸਿਰਫ ਇਹਦੇ ਅੱਖਰੀ ਅਰਥ ਜਿੰਨੀ ਕੁ ਦਾਤੇ ਨੇ ਸੋਝੀ ਬਖਸ਼ੀ ਕੇਵਲ ਉਸ ਅਨੁਸਾਰ। ਪਰ ਮੈਂ ਬੇਨਤੀ ਕੀਤੀ ਗੁਰੂ ਗ੍ਰੰਥ ਸਾਹਿਬ 'ਚ ਜਿੱਥੇ ਇੱਕ ਸਾਹਿਬ ਦੀ ਸਿਫਤ, ਉੱਥੇ ਗੁਰੂ ਗ੍ਰੰਥ ਸਾਹਿਬ 'ਚ ਗੁਰੂ ਦੀ ਸਿਫਤ ਵਿੱਚ ਬੇਅੰਤ ਸ਼ਬਦ ਉਚਾਰਨ ਕੀਤੇ। ਜਿਵੇਂ ਆਪ ਪਾਠ ਕਰਦੇ, ਦਾਸ ਨੇ ਇੱਕ ਵਾਰ ਅਰਜ਼ ਕੀਤੀ ਸੀ ਕਿ ਪੂਰੇ ਗੁਰੂ ਗ੍ਰੰਥ ਸਾਹਿਬ ਵਿੱਚ ਸਤਿਗੁਰੂ ਨੇ 524 ਵਾਰ ਸਿਰਫ ਇੱਕ ਮੰਗਲ ਦਰਜ ਕੀਤਾ ਹੈ, ਇੱਕ ਓੰਕਾਰ ਸਤਿਗੁਰ ਪ੍ਰਸਾਦ। ਇੱਕ ਓੰਕਾਰ ਤਾਂ ਇੱਕ ਪਰਮਾਤਮਾ ਅਦੁੱਤੀ ਪਰਮੇਸ਼ਵਰ, ਪਰ ਸਤਿਗੁਰ ਪ੍ਰਸਾਦ ਹਜ਼ੂਰ ਨੇ ਨਾਲ ਦਰਜ ਕੀਤਾ। ਤੇ ਇਹ ਗੱਲ ਸਾਨੂੰ ਪਾਠ ਕਰਦੇ ਆ, ਭਾਵਾਂ ਕਿ ਕਈ ਭਗਤ ਐਸੇ ਨੇ ਜਿਨ੍ਹਾਂ ਨੇ ਸਤਿਗੁਰ ਲਫ਼ਜ਼ ਪ੍ਰਸਾਦ ਲਫ਼ਜ਼ ਦੀ ਵਰਤੋਂ ਨਹੀਂ ਕੀਤੀ, ਪਰ ਸਤਿਗੁਰਾਂ ਨੇ ਉਹਨਾਂ ਦੀ ਬਾਣੀ ਉੱਤੇ ਵੀ ਮੰਗਲ ਲਿਖਿਆ, ਇੱਕ ਓੰਕਾਰ ਸਤਿਗੁਰ ਪ੍ਰਸਾਦ। ਇਹਦਾ ਮਤਲਬ ਕੀ ਸੀ ਕਿ ਜਿੱਥੇ ਇੱਕ ਓੰਕਾਰ ਨਾਲ ਮਨੁੱਖ ਤੂੰ ਜੁੜਨਾ, ਤੇਰੀ ਜ਼ਿੰਦਗੀ ਦਾ ਮਕਸਦ, ਤੇਰੀ ਮੰਜ਼ਲ, ਤੇਰਾ ਮਨੋਰਥ ਇੱਕ ਆਪ ਪਰਮਾਤਮਾ ਵਿੱਚ ਅਭੇਦ ਹੋਣਾ ਹੈ, ਉੱਥੇ ਆਪਣੀ ਸਿਆਣਪ, ਆਪਣੀ ਚਲਾਕੀ, ਆਪਣਾ ਉਦਮ, ਆਪਣਾ ਹੱਠ, ਆਪਣਾ ਜਪ, ਆਪਣਾ ਤਪ, ਆਪਣਾ ਸੰਯਮ, ਆਪਣੀਆਂ ਚਲਾਕੀਆਂ ਤੈਨੂੰ ਇੱਕ ਓੰਕਾਰ ਵਿੱਚ ਅਭੇਦ ਨਹੀਂ ਕਰ ਸਕਣਗੀਆਂ। ਉਸ ਇੱਕ ਓੰਕਾਰ ਵਿੱਚ ਅਭੇਦਤੇ ਦੀ ਸਭ ਤੋਂ ਵੱਡੀ ਬਖਸ਼ਿਸ਼ ਸਤਿਗੁਰ ਪ੍ਰਸਾਦ ਹੈ। ਸਤਿਗੁਰੂ ਕਿਰਪਾ ਕਰੇ ਤੇ ਇੱਕ ਵਿੱਚ ਅਭੇਦ ਹੋਵੇਗਾ। ਕਿਉਂ ਭੱਟਾਂ ਦੇ ਸਵਈਏ ਦੀ ਅਸੀਂ ਵਿਚਾਰ ਕਰ ਰਹੇ ਹਾਂ। ਦੇਖੋ ਪਾਠ ਕਰਨ ਵਾਲੇ ਗੁਰਸਿੱਖੋ, ਮੇਰੀ ਬੇਨਤੀ ਆਪ ਧਿਆਨ ਨਾਲ ਸੁਣਿਓ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਉਹ ਪਰਿਪੂਰਨ ਪਰਮਾਤਮਾ ਜਿਹਨੂੰ ਬ੍ਰਹਮ ਕਹਿ ਲੋ, ਪਰਮਾਤਮਾ ਕਹਿ ਲੋ, ਅੱਲਾ ਕਹਿ ਲੋ, ਰਾਮ ਕਹਿ ਲੋ, ਪਰ ਚੇਤੇ ਰੱਖਿਓ ਜੋੜ ਕੇ ਅਰਥ ਇੱਕ ਓੰਕਾਰ ਨਾਲ, ਅਵਤਾਰ ਨਾਲ ਰੱਖੀ, ਉਹਨਾਂ ਦੀ ਸਿਫਤ ਕੀਤੀ ਗਈ। ਉਸ ਪਾਰ ਬ੍ਰਹਮ ਪਰਮੇਸ਼ਵਰ ਦੇ ਗਿਆਨ ਨੂੰ, ਉਸ ਪਰਮਾਤਮਾ ਦੇ ਇਸ ਰੂਹਾਨੀ ਸ਼ਬਦ ਨੂੰ ਸਤਿਗੁਰੂ ਸਾਹਿਬਾਨਾਂ ਦੇ ਪਵਿੱਤਰ ਹਿਰਦੇ ਵਿੱਚੋਂ ਪ੍ਰਗਟ ਕੀਤਾ ਗਿਆ। ਜਾਂ ਇਉਂ ਕਹਿ ਲੋ ਕਿ ਉਹ ਨਿਰਗੁਣ ਜਿਹੜਾ ਹੈ ਉਹ ਸਰਗੁਣ ਹੋ ਕੇ ਗੁਰੂ ਦੇ ਰੂਪ ਵਿੱਚ ਵਰਤਿਆ, ਤੇ ਜਿਹਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਇੱਕ ਸ਼ਬਦ ਦਿੱਤਾ ਜੀ, ਗੁਰ ਪਰਮੇਸ਼ਰ। ਦਾਸ ਨੇ ਪਿਛਲੇ ਦਿਨੀ ਗੁਰੂ ਨਾਨਕ ਸਾਹਿਬ ਦੇ ਪੁਰਬ ਬਾਹਰ ਇੱਕ ਅਰਜ਼ ਕੀਤੀ ਸੀ। ਸਾਡੀ ਜਨਮ ਸਾਖੀ ਵਿੱਚ ਇੱਕ ਬੜਾ ਪਿਆਰਾ ਬੋਲ ਕਿ ਗੁਰੂ ਨਾਨਕ ਸਾਹਿਬ ਜੀ ਨੂੰ ਪਾਰ ਬ੍ਰਹਮ ਪਰਮੇਸ਼ਵਰ। ਸੁਣੋ, ਇਹਦੇ ਨਾਲ ਬਹੁਤ ਸੌਖਾ ਹੋ ਜਾਏਗਾ, ਕਿਉਂਕਿ ਅੱਗੇ ਜਿਉਂ-ਜਿਉਂ ਸਵਈਏ ਤੁਸੀਂ ਪੜ੍ਹ ਰਹੇ ਹੋ, ਵਿਚਾਰ ਵੀ ਕਰ ਰਹੇ ਹੋ। ਹਾਲਾਂਕਿ ਗੁਰੂ ਰਾਮਦਾਸ ਦੇ ਸਵਈਆਂ ਵਿੱਚ ਅੱਗੇ ਬਚਨ ਆਉਣਾ, ਤੂੰ ਸਤਿਗੁਰ ਚੌਂ ਜੁਗੀ ਆਪ ਆਪੇ ਪਰਮੇਸ਼ਰ। ਇਹ ਗੁਰੂ ਰਾਮਦਾਸ ਦੀ ਸਿਫਤ ਚ ਅੱਗੇ ਆਏਗਾ। ਗੁਰੂ ਰਾਮਦਾਸ ਜੀ ਦੀ ਸਿਫਤ ਵਿੱਚ ਇੱਕ ਬਚਨ ਆਉਣਾ, ਪ੍ਰਤੱਖ ਦੇ ਪਾਰ ਬ੍ਰਹਮ ਸੁਆਮੀ ਆਦ ਰੂਪ ਪੋਖਣ ਭਰਨਨ। ਗੁਰਮੁਖ ਪਿਆਰੇ ਜਿਹੜੇ ਕਰਨਗੇ ਵਿਚਾਰ ਉਹ ਖੋਲਣਗੇ ਇਸ ਨੁਕਤੇ ਨੂੰ। ਪਰ ਮੈਂ ਬੇਨਤੀ ਕਰਾਂਗਾ, ਇੱਕ ਪਾਸੇ ਪਰਮੇਸ਼ਵਰ ਇੱਕ ਓੰਕਾਰ ਨੂੰ ਕਿਹਾ, ਤੇ ਭੱਟ ਸਾਹਿਬਾਨ ਕਹਿ ਰਹੇ ਨੇ ਗੁਰੂ ਰਾਮਦਾਸ ਚੌਂ ਜੁਗਾਂ ਦੇ ਵਿੱਚ ਤੂੰ ਆਪ ਹੀ ਪਰਮੇਸ਼ਰ ਹੈ, ਤੂੰ ਸਤਿਗੁਰ ਚੌਂ ਜੁਗੀ ਆਪ ਆਪੇ ਪਰਮੇਸ਼ਰ। ਜਾਂ ਉਹ ਸ਼ਬਦ ਵਰਤ ਰਹੇ ਨੇ ਪ੍ਰਤੱਖ ਦੇ, ਮੈਂ ਤਾਂ ਸ਼ਬਦ ਵਰਤਿਆ ਵੀ ਨਿਰਗੁਣ ਤੋਂ ਸਰਗੁਣ ਦੀ ਜਿਹਨੇ ਝਲਕ ਦਿੱਤੀ। ਹਾਲਾਂ ਸਰਗੁਣ ਤਾਂ ਇਹ ਵੀ ਹੈ ਕਿ ਜਲ ਥਲ ਮਈਲ ਪੂਰਿਆ ਰਵਿਆ ਵਿੱਚ ਵਣਾ, ਪਰ ਜਿਹੜੀ ਸਰਗੁਣ ਦੀ ਝਲਕ ਦਿੱਤੀ, ਭੱਟ ਕਹਿੰਦੇ ਨੇ ਪਰਮਾਤਮਾ ਦੀ ਪ੍ਰਤੱਖ ਦੇ ਦਾ ਨਾਮ ਗੁਰੂ ਰਾਮਦਾਸ ਹੈ। ਕਿਹੜਾ ਪਰਮਾਤਮਾ? ਅੱਗੇ ਸ਼ਬਦੇ ਆਦ ਰੂਪ, ਜਿਹੜਾ ਸਭ ਦਾ ਮੁੱਢ ਹੈ, ਜਿਹੜਾ ਸਭ ਨੂੰ ਰਿਜ਼ਕ ਦੇਣ ਵਾਲਾ, ਸਭ ਨੂੰ ਪਾਲਣ ਵਾਲਾ ਹੈ। ਉਸ ਆਦ ਰੂਪ ਦਾ ਜਿਹੜਾ ਸਾਕਾਰ ਰੂਪ ਹੈ, ਇਉਂ ਕਹਿ ਲਵਾਂ ਉਹ ਗੁਰੂ ਰਾਮਦਾਸ ਹੈ। ਤਾਂ ਹੀ ਤਾਂ ਸੱਤਾ ਬਲਵੰਡ ਜੀ ਦੇ ਇਹ ਪੌੜੀ
सारा सिख जगत पढ़दा धन धन रामदास गुर जिन सिरिया तिन्हें सवारिया पूरी होई करामात आप सिरजन खारे धारिया। ते अगले बचन ने सिखी अतै संगति पार ब्रह्म कर नमस्कारिया। याद रखियो भट्ट जदों सिफत करते ने वो केवल शरीर जान के नहीं, वो सतगुरु परमेश्वर जान के गुरु की सिफत करते। ताई गुरु ग्रंथ साहिब की बाणी च मैं क्या भी एक मैं सिर्फ छोटी जी घटना लईए साडी पुरातन जन्म साखी एक वचन है कि पार ब्रह्म परमेश्वर ने, फिर लफ्ज सुनियो मैं एक लफ्ज वरत रहा पार ब्रह्म परमेश्वर ते दूजा लफ्ज है गुर परमेश्वर। दास तां कई बार ये अर्थ यूं करदा है कि एक पासे संसार है समझण लई, एक पासे निरंकार है। हुण इहदा मतलब यह नहीं कि निरंकार संसार तो वख है, पर फिर भी विच गुरु खलोता है। मैं कई बार अर्ज करना संसार दे मैल नाल भिजे कोई लिबड़े कोई जीव जिन्हां दी बांह गुरु पकड़ लैंदा है, सच ये भी कि गुरु दे चरनां नूं छू के इहो जे मलीन बिरती वाले भी पार ब्रह्म दे दर ते स्वीकार हो जांदे। गुरु विछड़िया नूं मिलांदा। फिर बेनती सुनियो चार तीन बचन जन्म साखी च बड़े प्यारे के, हालांकि मेरा विशा नहीं है क्योंकि जिस दिन गुरु साहबान दे सवैयां दी भट्टां दे सवैयां दी ये विचार शुरू हुई होगी, गुरु प्यारियां ने हो सकता खुलासा किया हो, पर मैं अपनी अकीदत लई शरधा लई भट्ट साहबान क्यों सिफत करते। जन्म साखी च एक बोल है कि पार ब्रह्म परमेश्वर ने तीन बचन कहे गुरु नानक साहब ने। पहला बचन सी कि जिस ऊपर तेरी नजर तिस ऊपर मेरी नजर। ये बोल जन्म साखी दे, ये अर्थ बड़े सौखे ने कि जिस ऊपर गुरु नानक साहब तुहाडी नजर पै गई, सच एवे कि ओदे उत्ते पार ब्रह्म परमेश्वर की नजर पै गई। जिस ऊपर तेरी नजर तिस ऊपर मेरी नजर। अगला शब्द है जिस ऊपर तेरा कर्म। एक कर्म शब्द फारसी का इहदा अर्थ बख्शिश। जिस उत्ते तुहाडी बख्शिश होगी, परमात्मा जी कहते तिस ऊपर मेरा कर्म। ते अगली तुक सुनने वाली ये अर्थां विच बड़ी सहायक होगी। मेरा नाम पार ब्रह्म परमेश्वर, तेरा नाम गुर परमेश्वर। फिर शब्द सुन, मेरा नाम पार ब्रह्म परमेश्वर, तेरा नाम गुर परमेश्वर। ते जदों असीं गुरु ग्रंथ साहिब की बाणी चों पाठ करने, तुसीं सियाणे सूझवान बैठे हो, घरां सुन रहे हो, आ शब्द जदों असीं पढ़ने गुर करता, गुर करना जोग, ते एक पासे असीं वचन पढ़ने करता पुरख, असीं कहने करन कारण प्रवेक है दूसर नाही कोई। पर गुरु साहब कह रहे गुर करता, गुर करना जोग, गुर परमेश्वर खै पी होग। उत्थे शब्द वरत्या गुरु ही सब कारणों का करता। जिवें असीं बाणी पढ़ने गुर परमेश्वर एको जान, जोत भावै सो परवान। मैं इस करके बेनती की भट्ट साहबान दे जदों भी वचन पढ़ने इस फुरने नूं मन च नहीं लिया के भी ये गुरु साहब जी की देह की सिफत करते पे। नहीं प्यारिओ, जदों गुर परमेश्वर की सिफत करनगे उदों जिथे जप मन सतनाम सदा सतनाम बाणी कहती है, उथे गुरु ग्रंथ साहिब कहते ने जपियो जिन अर्जुन देव गुरु, फिर संकट जोन गर्भ नाल। मन चाहेगा भी जे जप मन सतनाम है तो फिर जपियो जिन अर्जुन देव गुरु की बन गया। हाँ, उथे अर्थ करांगे गुर परमेश्वर। इसे करके भट्ट साहबान उन्होंने गुरु की सिफत विच बेअंत बचन कहे। चलो मैं ये लफ्ज वार वार वरतना पिया सिफत, ते एक मैं अर्ज करदा जां मैं बहुत ही कथा विच दास बेनती करदा कि जदों भी नीयत रास करके, शब्द में वरत्या नीयत रास करके, पूर्ण भरोसे आस्था शरधा दे नाल समर्थ गुरु की सिफत की जाएगी, परमात्मा की सिफत की जाएगी। वो कीर्तन रूप च होवे, वो बाणी दे पाठ दे रूप च होवे, वो भावें नाम सिमरन शब्द दे रूप च होवे, गुरमंत्र दे रूप च होवे। जिथे भी नियत रास करके इंसान सिफत करेगा, सच एवे कि परमात्मा ते गुरु की सिफत टुटे कोई बंदे दे अंदर नूं परमात्मा ते गुरु नाल जोड़ देंदी। सिफत केवल निरार्थक नहीं। दास एक बार अर्ज की गुरु नानक साहब का बचन कह जी, तीन तरह की धात का जिक्र किया गुरु नानक साहब ने अपनी रचना च। मान लो असी सोने की कोई चीज टुट जाए,
सोने का कोई बर्तन होवे, सोने का कोई गहना होवे, उस टुटे हुए गहने नूं कदी अपने घरों बाहर नहीं सकते। उस टुटे हुए बर्तन नूं, कोई भी चीज सोने की बनी कोई आकार वाली टुटे, आपां टुटन तो बाद घरों सट्टांगे नहीं। उस सोने दे बने कोई गहने नूं, अलंकार नूं असीं सुनार को लै जांदे ते सुनार एक शब्द कहंदा है कि यह टुटा होया गंढ तां दिआंगा पर मैनूं अग दी लोड़ पैगी, क्योंकि अग टुटे हुए मैटल नूं जोड़ दिंदी है। लोहे की कोई चीज टुट जाए, असीं अज भी देखने आ कि जदों आप लोहार कोल जाओ, चंगे कारीगर कोल जाओ, वो कहंदा रख जा, मैं इस टुटे होए नूं जोड़ तां जरूर दिआंगा पर अग तो बिना इन्हें जुड़ना कोई, भावें वैल्डिंग करदा पर अग की वरतों तां उत्थे भी हो रही है, भावें बिजली के रूप विच। याद रखियो, सोना टुट जाए, अग टुटे हुए सोने नूं जोड़ दिंदी है। लोहा टुट जाए, लोहा टुटे हुए सोना, वैगरू टुटे हुए लोहे नूं अग जोड़ दिंदी। पित्तल कांसी दा बर्तन कोई टुट जाए, यह भी मैटल ताप, इस टुटे हुए कांसी दे बर्तन नूं भी अग जोड़ दिंदी। गुरु नानक साहब कहंदे ने, संसार दे लोगो परमात्मा दी सिफत नूं निरार्थक ना जाओ। गुरु नानक साहब कहंदे ने, उस संसार दे लोगो परमात्मा दी नीयत रास करके कीती कोई वडियाई नूं कदी निरार्थक ना जानो। जिवें सोना, लोहा ते कांसी दा भांडा टुटा होया अग नाल दोबारा जुड़ जांदा है, जिहड़ा अंदर परमात्मा तो कई जन्मां दा टुटा है। जदों गुरु रब दीयां सिफतां करदा है, सच इह वे कि परमात्मा दी सिफत टुटे होए अंदर नूं रब नाल जोड़ दिंदी। सिफत गुरमुखो जोड़ दी है, इत्थों तक कि जिन्हों सिफत की दात मिल जाए, ਉਹਦੇ सामने शहनशाहां दे सिंघासन भी की अर्थ रख दे। महाराज जी का बोल है, जिसनों बख्शे सिफत सलाह नानक पातशाही पातशाह। मैं बेनती करांगा, अज जिहड़ा सवैया गुरमुख प्यारे भाई साहब उन्होंने ने सरवण कराया, एक एक अर्थ शब्द का एक एक अर्थ आपां वाचन का यतन करिए। ये तीसरा सवैया है गुरु रामदास की सिफत विच। ये अमृत बचन है जी। भाई साहब ने शुद्ध उच्चारण किया, सतगुर मत गूढ़ बेमल सत संगत। सतगुर मत गूढ़, सतगुरु दरते हे सतगुरु गुरु रामदास महाराज, हे सच्चे पातशाह धन गुरु रामदास जी। मत गूढ़, गूढ़ का अर्थ है गहरी, डूंगी। सतगुरु गुरु रामदास महाराज आप जी दी मत जिहड़ी है अत दी गहरी है, अत दी डूंगी है। बेमल सत संगत, और आप दी जिहड़ी संगत है, ये लफ्ज बेमल का अर्थ है मैल तो रहित, जिस अंदर कोई मैल नहीं। सत संगत गुरु रामदास आप जी दी मत अत दी गहरी है, अत दी डूंगी है, गंभीर है। ते आप जी दी जिहड़ी सत संगत है, उस विच कोई मैल नहीं। बेमल सत संगत, सत संगत जिहड़ी वो अत दी पवित्र है, निर्मल है। तुहाडी संगत दे विच मैल दी कोई किणका मात्र भी कह लो, लेश मात्र भी मैल नहीं। आत्म रंग चलूल भया, आत्म रंग शब्द हजूर दी सिफत विच शब्द वरत्या है। आत्म दा अर्थ है गुरु रामदास दा अंदर, जिन्हों आपां शब्द आत्मा कह ली। रंग इहदा लफ्जी अर्थ करांगे आपां प्रेम। चलो भावें रंग दा अर्थ बाणी च जिवें लाल रंग तिसको लगा, ओ रंग दा जिक्र भी कीता, पर इत्थे रंग दा अर्थ है प्रेम। गुरु रामदास आप जी दी मत अत दी गहरी है, आप जी दी सत संगत जिहड़ी है वो मैल तो रहत है। आप जी दा जिहड़ा आत्मा है अंदर है, परमात्मा दे प्रेम दे विच चलूल पाया। शब्द वरदे ने चलूल दा लफ्जी अर्थ है जी गूढ़े रंग दा। तुहाडा अंदर जिहड़ा गुरु रामदास जी परमात्मा दे रंग दे विच अत दे गूढ़े रंग विच रंगिया होया है। जां इउं कह लवां कि गुरु रामदास जी दी मत डूंगी है, उन्हां दी सत संगत आप दी निर्मल है। आप जी दा आत्मा परमात्मा दे प्रेम दे अंदर गूढ़े रंग दे विच रंगीचा होया है। गूढ़े रंग दे विच चलूल भया दा अर्थ
ਜਿਹੜਾ ਅਤ ਦਾ ਰੰਗਿਆ, ਜਿਹਦੇ ਵਿੱਚ ਫਿੱਕਾਪਨ ਢੱਬੇ ਕੋਈ ਨਹੀਂ। ਸੱਚ ਐਵੇਂ ਪੂਰਨਤਾ ਅੰਦਰ ਪੂਰਨ ਦਾ ਪੂਰਨ ਗੁਰੂ ਰਾਮਦਾਸ ਦਾ ਪਰਮਾਤਮਾ ਦੇ ਰੰਗ ਵਿੱਚ ਰੰਗਿਆ। ਥੋੜਾ ਜਿਹਾ ਆਓ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਇੱਕ ਬਚਨ ਹੋਰ ਲੈ ਕੇ, ਜਾਗਿਆ ਮਨ। ਗੁਰੂ ਰਾਮਦਾਸ ਤੁਹਾਡਾ ਮਨ ਜਿਹੜਾ ਉਹ ਜਾਗਿਆ ਹੋਇਆ ਹੈ। ਕਵਲ ਸਹਿਜ ਪ੍ਰਗਾਸ ਅਭੈ ਨਿਰੰਜਨ ਘਰੈ ਲਾਖਾ। ਗੁਰੂ ਰਾਮਦਾਸ ਮਹਾਰਾਜ ਆਪ ਜੀ ਦਾ ਮਨ ਜਾਗਿਆ ਹੈ। ਜਿਹੜਾ ਖਿਰਦਾ ਰੂਪੀ ਕੌਲ ਫੁੱਲ ਹੈ ਉਹ ਸੱਚ ਐਵੇਂ ਪੂਰਨ ਖਿੜਾ ਵਿੱਚ ਹੈ, ਖਿੜਿਆ ਹੋਇਆ ਹੈ। ਪ੍ਰਕਾਸ਼ਿਆ ਦਾ ਲਫ਼ਜ਼ੀ ਅਰਥ ਆਪਾਂ ਚਾਨਣ ਵੀ ਕਰਾਂਗੇ, ਪਰ ਇੱਥੇ ਪ੍ਰਕਾਸ਼ਿਆ ਦਰ ਤੇ ਪ੍ਰਗਟ ਹੋਇਆ ਹੈ, ਖਿੜਿਆ ਹੋਇਆ। ਗੁਰੂ ਰਾਮਦਾਸ ਦਾ ਅੰਦਰ ਸਹਿਜ ਅਵਸਥਾ ਵਿੱਚ ਖਿਰਦਾ ਕੌਲ ਖਿੜਿਆ ਹੋਇਆ। ਅਪ ਹੈ, ਭੈ ਦੇ ਅਗੇਤਰ ਐੜਾ ਲੱਗਾ, ਅਬ ਹੈ। ਇਹਦਾ ਅਰਥ ਹੈ ਭੈ ਤੋਂ ਰਹਿਤ, ਜਿਹਨੂੰ ਅਸੀਂ ਨਿਰਭਉ ਸ਼ਬਦ ਪੜ੍ਹਦੇ ਹਾਂ, ਜਿਹਨੂੰ ਅਸੀਂ ਨਿਡਰ ਸ਼ਬਦ ਕਹਿੰਦੇ ਹਾਂ, ਕਿ ਗੁਰੂ ਰਾਮਦਾਸ ਜੀ ਆਪ ਜੀ ਦਾ ਮਨ ਜਾਗਿਆ ਹੋਇਆ ਹੈ। ਕਵਲ ਖਿਰਦਾ, ਕਵਲ ਜਿਹੜਾ ਹੈ ਉਹ ਸਹਿਜ ਅਵਸਥਾ ਵਿੱਚ ਖਿੜਿਆ ਹੋਇਆ ਹੈ। ਆਪ ਜੀ ਦੇ ਅੰਦਰ ਆਪ ਜੀ ਨੇ ਪਾਇਆ ਕਿਸ ਨੂੰ? ਅਭੈ, ਭੈ ਤੋਂ ਰਹਿਤ ਪਰਮਾਤਮਾ। ਨਿਰੰਜਨ ਇੱਕ ਲਫ਼ਜ਼ ਜੀ ਅੰਜਨ। ਵੈਸੇ ਅੰਜਨ ਦਾ ਲਫ਼ਜ਼ੀ ਅਰਥ ਹੁੰਦਾ ਸੁਰਮਾ। ਇਹਦਾ ਭਾਵ ਅਰਥ ਲੈਣਾ, ਕਿਉਂਕਿ ਸੁਰਮੇ ਦਾ ਰੰਗ ਹੁੰਦਾ ਕਾਲਾ। ਅੰਜਨ ਕਾਲਖ, ਨਿਰੰਜਨ ਕਾਲਖ ਤੋਂ ਬਿਨਾ। ਕਿ ਗੁਰੂ ਰਾਮਦਾਸ ਸਤਿਗੁਰੂ ਜੀ ਆਪ ਜੀ ਨੇ ਕਿ ਸਤ ਸੰਗਤ ਵਿੱਚ ਟਿਕ ਕੇ, ਆਪ ਦੀ ਸਤ ਸੰਗਤ ਪਵਿੱਤਰ ਹੈ, ਮਤ ਗੂੜੀ ਹੈ। ਅੰਦਰ ਤੁਹਾਡਾ ਪਰਮਾਤਮਾ ਦੇ ਰੰਗ ਦੇ ਵਿੱਚ ਅਤ ਦਾ ਰੰਗੀਚਿਆ ਹੋਇਆ ਹੈ, ਮਨ ਤੁਹਾਡਾ ਜਾਗਿਆ ਹੋਇਆ ਹੈ। ਖਿਰਦਾ ਰੂਪੀ ਕੌਲ ਜਿਹੜਾ ਸਹਿਜ ਅਵਸਥਾ ਵਿੱਚ ਖਿੜਿਆ ਹੋਇਆ ਹੈ, ਉਹ ਪਰਮਾਤਮਾ ਜਿਹਨੂੰ ਕਿਸੇ ਦਾ ਭੈ ਨਹੀਂ, ਉਹ ਪਰਮਾਤਮਾ ਜਿਹਨੂੰ ਮਾਇਆ ਦੀ ਕਾਲਖ ਨਹੀਂ ਵਿਆਪਦੀ। ਘਰ ਹੈ ਲਹਾ ਕਿ ਗੁਰੂ ਰਾਮਦਾਸ ਐਸੇ ਪਰਮਾਤਮਾ ਨੂੰ ਜੰਗਲਾਂ ਵਿੱਚ ਨਹੀਂ, ਕੰਦਰਾਂ ਵਿੱਚ ਨਹੀਂ, ਤੁਸੀਂ ਉਸ ਪਰਿਪੂਰਨ ਪਰਮਾਤਮਾ ਨੂੰ ਆਪਣੇ ਖਿਰਦੇ ਘਰ ਵਿੱਚੋਂ ਹੀ ਲੱਭ ਲਿਆ। ਮੈਂ ਫਿਰ ਬੇਨਤੀ ਕਰਾਂਗਾ, ਕਿਉਂਕਿ ਜਿਹੜੀ ਸ਼ਬਦ ਦੀ ਵਿਚਾਰ ਹੈ, ਦਾਸ ਅਕਸਰ ਬੇਨਤੀ ਕਰਦਾ ਕਿ ਸ਼ਬਦ ਦੀ ਵਿਚਾਰ ਦਾ ਨਿਸ਼ਾਨਾ ਮੰਜ਼ਲ ਸਿਰਫ ਸਤ ਸੰਗਤ ਨੂੰ ਸ਼ਬਦ ਦੇ ਅਰਥ ਬੋਧ ਤੇ ਸਿਧਾਂਤ ਦ੍ਰਿੜ ਕਰਾਉਣ ਵਾਸਤੇ ਹੁੰਦੀ। ਸ਼ਬਦ ਦੀ ਵਿਚਾਰ ਖੱਬੇ ਸੱਜੇ ਦੀਆਂ ਗੱਲਾਂ ਮਾਰਨ ਵਾਸਤੇ ਨਹੀਂ। ਸ਼ਬਦ ਦੀ ਵਿਚਾਰ ਕੇਵਲ ਤਾਂ ਕੇਵਲ ਸ਼ਬਦ ਦੀ ਕਾਰ ਤੋਂ ਬਾਹਰ ਨਾ ਨਿਕਲੇ ਕੋਈ। ਹੁਣ ਦੇਖੋ, ਮੈਂ ਦੋ ਤੁਕਾਂ ਪੜੀਆਂ ਜੋ ਭਾਈ ਸਾਹਿਬ ਨੇ ਸਰਵਣ ਕਰਾਇਆ ਪਾਠ, ਮੈਂ ਫਿਰ ਦੁਹਰਾ ਦੇਣਾ। ਸਤਿਗੁਰ ਮਤ ਗੂੜ, ਸਤਿਗੁਰੂ ਦਰ ਤੇ ਹੈ ਗੁਰੂ ਰਾਮਦਾਸ ਸਤਿਗੁਰੂ ਜੀ। ਮਤ ਅਸੀਂ ਸਾਰੇ ਸ਼ਬਦ ਜਾਣਦੇ ਹਾਂ, ਮਤ ਜੀ। ਹਾਲਾਂਕਿ ਦੇਖੋ, ਮਨ ਹੋਰ ਚੀਜ਼ ਹੈ, ਬੁੱਧੀ ਹੋਰ ਚੀਜ਼ ਹੈ। ਅੰਤਿਸ਼ਾ ਕਰਨ ਦੀ ਜਦੋਂ ਜਿਹਨੂੰ ਸਰਮਖੰਡ ਵਿੱਚ ਕਹਿੰਦੇ ਆ ਤਿੱਥਾ ਘੜੀਐ ਸੁਰਤ ਮਤ ਮਨ ਬੁੱਧ। ਸੁਰਤ ਹੋਰ ਹੈ, ਮਨ ਹੋਰ ਹੈ, ਮਤ ਹੋਰ ਹੈ। ਅਸਲ 'ਚ ਮਤ ਲਫ਼ਜ਼ ਜਿਹੜਾ ਇੰਨਾ ਗਹਿਰਾ ਹੈ ਕਿ ਸਿੱਖਾਂ ਦੀ ਅਰਦਾਸ ਨਾਲ ਸਾਡੀ ਅਰਦਾਸ ਨਾਲ ਲਫ਼ਜ਼ ਇੰਨਾ ਕੁ ਜੁੜ ਚੁੱਕਾ ਹੈ ਕਿ ਸਾਡੀ ਅਰਦਾਸ ਵਿੱਚ ਮੱਥਾ ਤਾਂ ਟੇਕਿਆ ਜਾਂਦਾ ਹੈ ਜਦੋਂ ਅਸੀਂ ਕਹਿੰਦੇ ਹਾਂ ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ। ਇਹ ਮਤ ਉੱਚੀ ਕੀ ਹੈ ਜੀ? ਇਹ ਮਤ ਉੱਚੀ ਦੇ ਅਰਥ ਕੀ ਨੇ? ਮਤ ਉੱਚੀ ਦਾ ਅਰਥ ਇਹ ਨਹੀਂ ਕਿ ਗ੍ਰੰਥ ਪੜ੍ਹ ਕੇ ਸਿਰਫ ਉੱਚੀਆਂ ਉੱਚੀਆਂ ਗੱਲਾਂ ਕਰ ਲਈਆਂ, ਖਿਆਲ ਪੇਸ਼ ਕਰ ਦਿੱਤੇ। ਦਾਸ ਨੇ ਇੱਕ ਵਾਰ ਕਿਹਾ ਸੀ, ਸਾਧ ਸੰਗਤ ਯਾਦ ਰੱਖਿਓ, ਉੱਚੀ ਗੱਲ ਕਰਨ ਵਾਲੇ ਦਾ ਜ਼ਰੂਰੀ ਨਹੀਂ ਕਿ ਜੀਵਨ ਵੀ ਉੱਚਾ ਹੋਵੇ। ਗੱਲ ਉੱਚੀ ਹੋ ਸਕਦੀ ਹੈ, ਪਰ ਬੰਦਿਆਂ ਦੇ ਕਈ ਵਾਰੀ ਜੀਵਨ ਓਨੇ ਉੱਚੇ ਨਹੀਂ ਹੁੰਦੇ। ਗੁਰੂ ਗ੍ਰੰਥ ਸਾਹਿਬ ਨੇ ਇੱਕ ਪ੍ਰਮਾਣ ਦਿੱਤਾ ਹੈ, ਕਬੂਤਰ, ਤੋਤਾ, ਕਾਂ, ਮੋਰ, ਪੰਛੀ ਜਿੰਨੇ ਨੇ ਇੰਨੀ ਉੱਚੀ ਉਡਾਰੀ ਨਹੀਂ ਮਾਰਦੇ ਜਿੰਨੀ ਉੱਚੀ ਉਡਾਰੀ ਇੱਲ ਮਾਰਦੀ ਹੈ। ਪਰ ਕੀ ਇੱਲ ਦੀ ਉੱਚੀ ਉਡਾਰੀ ਉਹਦੀ ਸੁਰਤ ਦੀ ਉੱਚੇ ਹੋਣ ਦੀ ਗਵਾਹੀ ਦਿੰਦੀ ਹੈ? ਕਦਾਚਿਤ ਨਹੀਂ। ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਇੱਲ ਸਾਨੂੰ ਨਜ਼ਰ ਵੀ ਨਹੀਂ ਆਉਂਦੀ। ਗਿਰਜ ਸ਼ਬਦ ਵਰਤਦੇ ਨੇ, ਗੀਤ ਸ਼ਬਦ ਵਰਤਨੇ ਆ। ਇੱਲ ਅਸਮਾਨ ਦੇ ਵਿੱਚ ਇੰਨੀ ਉੱਚੀ ਉੱਡਦੀ ਹੈ, ਪਰ ਉੱਚੀ ਉੱਡਣ ਦੇ ਤੌਰ ਫਿਜ਼ੀਕਲ ਤੌਰ ਤੇ ਉੱਚੀ ਉੱਡ ਰਹੀ ਹੈ, ਪਰ ਸੁਰਤ ਉਹਦੀ ਇੰਨੀ ਕੁ ਗੰਦੀ ਹੈ, ਉੱਚੀ ਉੱਡ ਕੇ ਵੀ ਮਰੇ ਕੋਈ ਪਸ਼ੂਆਂ ਵੱਲ ਜਿੱਥੇ ਪਿੰਜਰ ਦੇਖਦੀ ਏ ਉੱਤੋਂ ਥੱਲੇ ਉਤਰ ਕੇ ਉਹਦਾ ਮਾਸ ਚੁੰਡਣ ਲੱਗ ਪੈਂਦੀ ਹੈ। ਸਤਿਗੁਰੂ ਨੇ ਬਾਣੀ 'ਚ ਇੱਕ ਵਚਨ ਲਿਆ ਹੈ ਕਿ ਜਿੱਥੈ ਡਿੱਠਾ ਮਿਰਤ ਕੋ ਇਲ ਬਹਿਠੀ ਆਏ। ਗੁਰੂ ਗ੍ਰੰਥ ਸਾਹਿਬ ਦੇ ਵਚਨ ਯਾਦ ਰੱਖਿਓ। ਕਈ ਵਾਰੀ ਪੜ੍ਹ ਪੜ੍ਹਾ ਕੇ ਗੱਲਾਂ ਉੱਚੀਆਂ ਮੈਂ ਵੀ ਕਰ ਸਕਣਾ,
पर बिरती साडी इल वर्गी हुंदी है। इल उच्ची उड़दी है, पर दुख इस चीज का उच्ची उड़ के भी केवल मरे हुए पशुओं के पिंजर वाल ही ध्यान रखदी। कई बार बंदा गल्लां उच्चियां कर दिंदा है, पर सुरत करके फाही सुरत मलूकी वेस होंठ गवाड़ा ठगी देश गुरु नानक साहब का बचन। फाही दा अर्थ है फंदा, मलूकी दा अर्थ है शरीफ। परमात्मा मेरा शरीफ, मेरा तन दा चोला, मेरा वेस, मेरा लिबास इस तरह जिवें शरीफ बंदे हुंदे ने, पर मेरी सुरत इस तरह जिवें शिकारी फंदे पा के लोकां दे गल च फाइयां पा के मारदे ने। मैं सुरत नाल लोकां नूं फंदे पाई बैठा ते कपड़ियां करके मैं आपदा शरीफ हां। मैं फिर बेनती करांगा, इस गल नूं सुनियो। मत की चीज है? मत गूढ़ी डूंगी मत, यह शब्द वरतिया। ते देखो आप बाणी पढ़न वाले गुरसिख बैठे हो, बुद्ध लफ्ज का जिक्र गुरु ग्रंथ साहिब च बड़ी बारी कीता है। बाल बुद्ध, चंचल बुद्ध, विवेक बुद्ध, ये सारे बचन आउंदे। पायो बाल बुद्ध सुख रे, असी चंचल बुद्धि का जिक्र भी करने। चंचल मत बारक बपरे की सर्प अगन कर मेले, हार परयो स्वामी के द्वारे दीजै बुद्ध विवेका। मत की है साडी बॉडी अंदर, ये दिसदा होया फिजिकल पार्ट तो कोई है नहीं। ते गुरु ग्रंथ साहिब विच वार-वार अरदास कीती है, परमात्मा किरपा कर मैनू समत दे, परमात्मा किरपा कर मैनू सबुद्धि दे। ये सबुद्धि, ये समत कोई चीज तो है जिहड़ी मंगी जाती है ना, एवें गप तो है नहीं बाणी च। गुरमुखो याद रखियो, साडा मन सिर्फ फुरने पैदा करता, जिन्हों थॉट शब्द वरते, संकल्प विकल्प वरतने। असी जिन्ने बैठे हैं अपने मन नूं पुछ के देखो, अपने परिवार प्रति भी कई बारी इन्ने गंदे फुरने मन पैदा करता है, उन्हां फुरनियां नूं असी कर्म नहीं बन देंदे। ये सच्चाई। गुरुद्वारे बैठा बंदे दा अंदर किते टिके, ये तां परमात्मा दा शुक्र करो जे प्रसाद तेरे सगल छिद्र ढाके, जिन्हें तेरे पर्दियां नूं ढकिया होया। जे अंदर दे छिद्र दी कमजोरी दा पता परिवार नूं लग जाए, कोई परिवार भी संगठन नहीं रह सके। मत की चीज है, मन फुरने बनांदा है। तां क्या दाता तेरे सिखां दी मत ना कदी नीवी हो जाए। जिन्हां लोकां दी मत नीवी हो जाए, उन्हां दे मन कदी पवित्र रह ही नहीं सकते। जिन्हां दी मत उच्ची होवेगी, उन्हां दे मन कदी मैले हो नहीं सकते। मैं बेनती करांगा, मत की है? मान लो मेरे मन ने फुरना बनाया, मैं किसी बंदे लिए माड़ा सोचिया, घरों में चल पिया, पर मैं जदों बाणी पढ़ना, सिमरन करना, ते मैनू बाणी जिहड़ी कहे, उन्हें शब्द ने मेरी मत नूं कहा कि देख तेरा मन गंदे फुरने माड़े फुरने बना रहा है, इन्हां फुरनियां नूं पास ना होण दई, इन्हां फुरनियां नूं कर्म ना बन दई। यदि व्याख्या आऊं सौखी हो जाएगी जी। मैं होर एक उदाहरण दे देना, क्योंकि गुरु रामदास की मत बड़ी गूढ़ है। मैनूं गुरमुखां कहा सी 4 सवैये, पर मैं बेनती की बई मेरे तो तां सिर्फ एक तोकी हो सकनी सी, पर मैं 2 सवैयां दे अर्थ जरूर कर जा, क्योंकि यह तां एक शब्द रोकदा है। कहंदा सिखा रोक तू मेरे नाल संवाद रचा। गुरु ग्रंथ साहिब तां सानू लंघदियां नूं रोक के कहंदा रोक, काली नाल किथे तुरिया जाना, मेरे नाल गलवकड़ी पा के गल तां कर, मैं तेनू कुछ देना चाहना। शब्द साडे अंदर नूं टिकांदा है। मैं उदाहरण देन लगा गूढ़ी मत गुरु रामदास दी। जिन्हां दी मत गूढ़ी है, मत उच्ची है प्यारिओ, उन्हां दे अंदर कदी वासना नहीं हुंदी, उन्हां दे अंदर कदी मैले नहीं हुंदे। मैं इनू समझाने लई मत की चीज है, मन की है, इस देश के सिस्टम अनुसार मैं कहूंगा। मान लो एक क्लर्क करप्ट है, जो कुछ है सिस्टम, ते याद रखियो मैं इस विषय से ज्यादा ना बोला, पर यह सच्चाई जे कौमां देश उदों पतन वाले पासे चले जाते आ जदों चंगियां पदवियां ते चंगे प्रबंध विच भ्रष्ट लोग शामिल हो जाण। बाबा जी ने कहा दानष्ट जग भ्रष्ट होए डूबता है जग। गुरु नानक साहब दे बचन। एक भ्रष्ट क्लर्क ने गलत काम कर ली, किसी दी फाइल अगे तोड़ दी, ओदा ऑफिसर जिन्हें साइन करने ने वो करप्ट नहीं, वो फाइल नूं एक पेज नूं ध्यान नाल पढ़दा है
ਤੇ ਪੜ੍ਹ ਕੇ ਫਾਈਲ ਦੂਜੇ ਦਿਨ ਦੁਬਾਰਾ ਵਾਪਸ ਥੱਲੇ ਭੇਜ ਦਿੰਦਾ, ਕਹਿੰਦਾ ਖਬਰਦਾਰ, ਜੋ ਕੋਈ ਤੂੰ ਮੇਰੇ ਸਾਈਨ ਕਰਾਉਣਾ ਚਾਹੁੰਦਾ ਕਾਨੂੰਨ ਮੁਤਾਬਕ ਠੀਕ ਨਹੀਂ। ਜੇ ਅਫਸਰ ਵੀ ਕਰਪਟ ਹੋਵੇ ਤੇ ਕਲਰਕ ਵੀ ਕਰਪਟ ਹੋਵੇ, ਫਿਰ ਫਾਈਲ ਅੱਗੇ ਫਟਾਫਟ ਚੱਲਦੀ ਹੈ, ਜਿਵੇਂ ਮਰਜ਼ੀ ਉਹਦਾ ਕੰਮ ਹੋਈ ਜਾਂਦਾ। ਚੇਤੇ ਰੱਖਿਓ, ਮਨ ਫਾਈਲ ਤਿਆਰ ਕਰਦਾ ਤੇ ਮਤ ਨੇ ਫਾਈਲ ਉੱਤੇ ਸਾਈਨ ਕਰਨੇ ਨੇ, ਨੂੰ ਕਰਮ ਬਣ ਦੇਣਾ ਕਿ ਨਹੀਂ। ਜਿਨ੍ਹਾਂ ਲੋਕਾਂ ਦੀ ਮਤ ਉੱਤੇ ਗੁਰੂ ਦਾ ਸ਼ਬਦ ਹੋਵੇਗਾ, ਉਹਦੇ ਫੁਰਨੇ ਨੂੰ, ਮਤ ਗੰਦੇ ਫੁਰਨੇ ਨੂੰ ਮਾਰ ਕੇ ਰੱਖ ਦੇਗੀ। ਜਿਨ੍ਹਾਂ ਲੋਕਾਂ ਦੀ ਮਤ ਮੈਲੀ ਹੋ ਜਾਏਗੀ, ਉੱਤੇ ਮਨ ਦੇ ਫੁਰਨੇ ਕਰਮ ਬਣ ਜਾਣ। ਮੇਰੀ ਬੇਨਤੀ ਕੀ ਚੀਜ਼ ਮਤ ਹੈ? ਗੁਰੂ ਸਾਹਿਬ ਸ਼ਬਦ ਵਰਤੇ ਆ, ਗੁਰੂ ਰਾਮਦਾਸ ਤੁਹਾਡੀ ਮਤ ਅਤ ਦੀ ਡੂੰਘੀ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਕਿ ਤੁਹਾਡੀ ਸਤ ਸੰਗਤ ਮੈਲ ਤੋਂ ਰਹਿਤ ਹੈ, ਤੁਹਾਡਾ ਅੰਦਰ ਜਿਹੜਾ ਸੱਚੀ ਮੁੱਚੀ ਚਲੂਲਿਆ। ਮੇਰੇ ਮਨ ਚ ਆਇਆ ਸਵੇਰੇ ਜਦੋਂ ਸਵਈਆ ਮੈਂ ਦੇਖ ਰਿਹਾ ਸਾਂ ਕਿ ਇਹ ਕੱਲੇ ਭੱਟ ਨਹੀਂ ਕਹਿੰਦੇ, ਖੁਦ ਗੁਰੂ ਰਾਮਦਾਸ ਕਹਿੰਦੇ ਨੇ, ਦੁਨੀਆ ਦੇ ਲੋਗੋ, ਮੇਰੀਆਂ ਅੱਖਾਂ ਦਾ ਪਾਣੀ ਇਹ ਪਰਮਾਤਮਾ ਦੇ ਨਾਮ ਦਾ ਭਿੱਜਾ ਹੋਇਆ ਅੰਮ੍ਰਿਤ ਹੈ। ਤੁਸੀਂ ਯਾਦ ਰੱਖਿਓ, ਮੈਂ ਬਚਨ ਪੜਾਂਗਾ ਤੁਹਾਨੂੰ ਸਭ ਨੂੰ ਚੇਤੇ। ਹਰ ਅੰਮ੍ਰਿਤ ਭਿੰਨੇ ਲੋਇਣਾ, ਇਹ ਗੁਰੂ ਰਾਮਦਾਸ ਦੀ ਸਿਫਤ ਹੈ। ਗੁਰੂ ਰਾਮਦਾਸ ਦੀਆਂ ਅੱਖਾਂ ਦੇ ਪਾਣੀ ਨੂੰ, ਮੈਂ ਚਲੋ ਪਾਣੀ ਲਫ਼ਜ਼ ਵਰਤ ਰਿਹਾ, ਪਰ ਗੁਰੂ ਰਾਮਦਾਸ ਕਹਿੰਦੇ ਨੇ ਪਾਣੀ ਨਹੀਂ, ਮੇਰੀਆਂ ਅੱਖਾਂ ਭਿੱਜੀਆਂ ਨੇ ਸੋਹਣੇ ਪ੍ਰਮਾਤਮਾ ਤੇਰੇ ਨਾਮ ਅੰਮ੍ਰਿਤ ਦੇ ਨਾਲ। ਹਰ ਅੰਮ੍ਰਿਤ ਭਿੰਨੇ ਲੋਇਣਾ ਮਨ ਪ੍ਰੇਮ ਰਤਨਾ ਰਾਮ ਰਾਜੇ। ਪ੍ਰੇਮ ਰਤਨਾ, ਰਤਨਾ ਲਫ਼ਜ਼ ਦਾ ਵੀ ਇੱਥੇ ਰੰਗਿਆ ਹੋਇਆ, ਮੇਰਾ ਮਨ ਤੇਰੇ ਪ੍ਰੇਮ ਦੇ ਵਿੱਚ ਰੰਗਿਆ ਹੋਇਆ। ਹਰ ਅੰਮ੍ਰਿਤ ਭਿੰਨੇ ਲੋਇਣਾ ਮਨ ਪ੍ਰੇਮ ਰਤਨਾ ਰਾਮ ਰਾਜੇ। ਮਨ ਰਾਮ ਕਸਵੱਟੀ ਲਾਇਆ ਕੰਚਨ ਸੁਵਿੰਨਾ। ਮਹਾਰਾਜ ਕਹਿੰਦੇ ਨੇ ਗੁਰਮੁਖ ਰੰਗ ਚਲੂਲਿਆ, ਮੇਰਾ ਮਨ ਤਨੂੰ ਭਿੰਨਾ। ਜਨ ਨਾਨਕ ਮੁਸ਼ਕ ਝਕੋਲਿਆ, ਸਭ ਜਨਮ ਧਨ ਧਨ। ਗੁਰੂ ਸਾਹਿਬ ਕਹਿੰਦੇ ਆ, ਉਹ ਗੁਰਸਿੱਖੋ, ਮੇਰਾ ਅੰਦਰ ਪਰਮਾਤਮਾ ਦੇ ਗੂੜੇ ਰੰਗ ਵਿੱਚ ਚਲੂਲਿਆ। ਇਸ ਰੰਗ ਨੂੰ ਗੁਰੂ ਨਾਨਕ ਸਾਹਿਬ ਕਹਿੰਦੇ ਆ ਕਿ ਕਾਇਆ ਰੰਗਣ ਜੇਥੀਐ ਪਿਆਰੇ, ਆਤਮ ਰੰਗ ਚਲੂਲ ਭਇਆ। ਕਾਇਆ ਰੰਗਣ ਜੇਥੀਐ ਪਿਆਰੇ, ਪਾਈਐ ਨੌ ਮਜੀਠ। ਰੰਗਣ ਵਾਲਾ ਜੇ ਰੰਗਾ ਸਾਹਿਬ, ਐਸਾ ਰੰਗ ਨਾ ਡੀਠ। ਆਤਮ ਰੰਗ ਚਲੂਲ ਪਿਆ, ਐਸਾ ਰੰਗ ਨਾ ਡੀਠ। ਜਿਨਕੇ ਚੋਲੇ ਰਤੜੇ ਪਿਆਰੇ, ਕੰਤ ਤਿਨਾ ਕੈ ਪਾਸ। ਗੁਰੂ ਰਾਮਦਾਸ ਦਾ ਅੰਦਰ ਚਲੂਲਿਆ। ਮਹਾਰਾਜ ਕਹਿੰਦੇ ਨੇ, ਜਿਨਕੇ ਚੋਲੇ ਰਤੜੇ ਪਿਆਰੇ, ਕੰਤ ਤਿਨਾ ਕੈ ਪਾਸ। ਧੂੜ ਤਿਨਾ ਕੀ ਜੇ ਮਿਲੇ ਜੀ, ਕਉ ਨਾਨਕ ਕੀ ਅਰਦਾਸ। ਸਤਿਗੁਰ ਮਤ ਗੂੜ, ਮੈਂ ਫਿਰ ਅਰਥ ਕਰ ਦੇਣਾ, ਗੁਰੂ ਰਾਮਦਾਸ ਦੀ ਮਤ ਗੂੜੀ, ਉਹਨਾਂ ਦੀ ਸੰਗਤ ਮੈਲ ਤੋਂ ਰਹਿਤ ਹੈ। ਆਤਮ ਉਹਨਾਂ ਦਾ ਅੰਦਰ ਵਾਲਾ ਆਤਮਾ ਪਰਮਾਤਮਾ ਦੇ ਪ੍ਰੇਮ ਚ ਚੁਲੂ ਲਿਆ ਪਿਆ। ਪ੍ਰੇਮ ਚ ਭਿੰਨੀ ਕੋਈ ਚੋਲੀ, ਜਾਗਿਆ ਮਨ। ਗੁਰੂ ਰਾਮਦਾਸ ਦਾ ਮਨ ਜਾਗਿਆ ਹੋਇਆ। ਯਾਦ ਰੱਖਿਓ, ਇਹ ਅਸੀਂ ਹੁਣ ਇੱਕ ਜਾਗਣ ਤਾਂ ਕਹਿੰਦੇ, ਮੈਂ ਬੋਲਣਾ ਪਿਆ, ਮੇਰੀਆਂ ਅੱਖਾਂ ਤਾਂ ਆਪ ਸੰਗਤ ਨੂੰ ਦੇਖ ਰਹੀਆਂ ਨੇ, ਅਸੀਂ ਜਾਗੇ ਆ ਨਾ ਜੀ। ਗੁਰਮਤ ਅਨੁਸਾਰ ਜਾਗਣ ਦਾ ਅਰਥ ਬੌਡੀ ਦਾ ਉੱਠ ਪੈਣਾ ਨਹੀਂ। ਗੁਰਮਤ ਅਨੁਸਾਰ ਜਾਗਣ ਦਾ ਅਰਥ ਹੈ ਵਾਸ਼ਨਾਵਾਂ ਤੋਂ ਛੁਟਕਾਰਾ ਹੋ ਕੇ ਨਾਮ ਵਿੱਚ ਮਨ ਜੁੜ ਜਾਏ, ਉਹ ਮਨ ਜਾਗਿਆ ਹੋਇਆ। ਇਸੇ ਕਰਕੇ ਗੁਰੂ ਸਾਹਿਬ ਨੇ ਅੱਖਾਂ ਦੀ ਨੀਂਦਰ, ਬੌਡੀ ਦੀ ਨੀਂਦਰ ਨਹੀਂ। ਗੁਰੂ ਸਾਹਿਬ ਕਹਿੰਦੇ ਨੇ, ਜਦੋਂ ਤੇਰੀਆਂ ਅੱਖਾਂ ਪਰਾਇਆ ਧਨ ਤੇ ਪਰਾਇਆ ਤਨ ਜਾ ਕੇ ਦੇਖਦੀਆਂ ਨੇ, ਚੇਤੇ ਰੱਖੀ ਤੂੰ ਜਾਗਣਾ, ਪਰ ਤੇਰੀਆਂ ਅੱਖਾਂ ਸੁੱਤੀਆਂ ਨੇ। ਜਦੋਂ ਪਲੇਟ 'ਚ ਪਾ ਕੇ ਇੰਨੇ ਖਾਣੇ, ਚਲਾਣਾ ਤਾਂ ਸਰੀਰ ਨੂੰ ਹੈ ਨਾ। ਇਹ ਤੇਰੀ ਜੀਭ ਰੱਜਦੀ ਨਹੀਂ। ਬਿਮਾਰੀ ਨਾਲ ਤੇਰਾ ਸਰੀਰ ਮਰ ਜਾਏ, ਪਰ ਸਵਾਦ ਤੂੰ ਛੱਡਦਾ ਨਹੀਂ, ਉਦੋਂ ਤੇਰੀ ਜੀਭ ਸੁੱਤੀ ਹੋਈ ਹੈ। ਜਦੋਂ ਤੂੰ ਕੰਨਾਂ ਨਾਲ ਗੰਦਨ ਵੈਣ ਤੇ ਨਿੰਦਿਆ ਸੁਣਨੇ, ਉਦੋਂ ਤੇਰੇ ਕੰਨ ਸੁੱਤੇ ਨੇ। ਸੱਚ ਇਹ ਵੇ, ਜਦੋਂ ਤੈਨੂੰ ਰੱਬ ਦਾ ਨਾਮ ਨਹੀਂ ਚੰਗਾ ਲੱਗਦਾ, ਤੇਰਾ ਮਨ ਸੁੱਤਾ ਹੈ, ਪਰ ਗੁਰੂ ਰਾਮਦਾਸ ਦਾ ਮਨ ਤਾਂ ਜਾਗਿਆ ਹੋਇਆ ਹੈ। ਗੁਰੂ ਸਾਹਿਬ ਦਾ ਇੱਕ ਬਚਨ ਕਹੇ, ਨੈਨੋ ਨੀਂਦ ਪਰ ਦ੍ਰਿਸ਼ਟ ਵਿਕਾਰ। ਸਰਵਣ ਸੋਏ ਸੁਨ ਨਿੰਦ ਵਿਚਾਰ। ਰਸਨਾ ਸੋਈ ਲੋ ਮੀਠੇ ਸਵਾਦ। ਮਨ ਸੋਇਆ ਮਾਇਆ ਬਿਸਮਾਦ। ਇਸ ਗ੍ਰਹਿ ਮੈਂ ਕੋਈ ਜਾਗਤ ਰਹੇ, ਸਾਬਤ ਵਸਤ ਉਹ ਆਪਣੀ ਲਹਿ। ਪਰ ਗੁਰੂ ਰਾਮਦਾਸ ਦਾ ਅੰਦਰ ਜਾਗਿਆ। ਮੈਂ ਬੇਨਤੀ ਕਰਾਂ, ਗੁਰੂ ਹਰਿਰਾਏ ਸਾਹਿਬ ਨੂੰ ਇੱਕ ਵਾਰੀ ਸਿੱਖਾਂ ਪੁੱਛਿਆ ਸੀ। ਉਂਝ ਗੁਰੂ ਤੇਗ ਬਹਾਦਰ ਸਾਹਿਬ ਗੁਰਮੁਖ ਕਹਿ ਰਹੇ ਸਨ, ਅੱਜ ਸਤਿਗੁਰੂ ਗੁਰੂ ਗੋਬਿੰਦ ਸਿੰਘ ਦਾ ਗੁਰਗੱਦੀ ਦਿਵਸ ਹੈ। ਯਾਦ ਰੱਖਿਓ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ, ਗੋਬਿੰਦ ਰਾਏ ਸ਼ਬਦ ਚਲੋ ਵਰਤ ਲਿਓ। ਉਦੋਂ ਭਾਈ ਰਾਮ ਕੋਇਰ ਜੀ ਨੇ ਹਜ਼ੂਰ ਨੂੰ ਗੁਰਾਈ ਦਾ ਤਿਲਕ ਲਾਇਆ।
गुरु गोबिंद सिंह महाराज उन्होंने तो पिता जी ने कहा कि तुहाडे वर्गा महापुरख इन्हों बचा सकता है। ते रात में एक बेनती की सी, गुरु नूं एक कल्चर नाल, गुरु नूं एक धर्म नाल, एक संप्रदा नाल बन के कदी अर्थ ना करियो। गुरु तेग बहादुर दे दर ते जेड़ा भी डिगेगा ओदी केड़ी जात, केड़ा फिरका, केड़ी संप्रदा, जेड़ा गुरु तेग बहादुर दे दर ते डिगेगा ओदी बांह गुरु तेग बहादुर जरूर पकड़ेगा, क्योंकि ओदा बिरद है। आए सन विपर दुखी आए, साडे ग्रंथ च लिखिया दुखी विपर चल आए पुरी आनंद, बांह साडी पकड़िए श्री हर गोबिंद के नंद। गुरु हरगोबिंद साहब के पुत्र साडी बांह पकड़, गुरु तेग बहादुर साहब सचमुच क्या गज के बंधन काटन खारे, तुम हो गुरु नानक अवतारे। जिम राखी द्रोपती लाज, दै सुदामे दै सदामे का सवार। हे गुरु तेग बहादुर सानू नहीं पता हाथी नू बचाण वाला कौन, सानू नहीं पता द्रोपता। सच एवे कि अज हाथी की तरह, द्रोपता की तरह, सुदामे की तरह इस घोर कलयुग विच तेरे दर ते डिग्या, तो किरपा कर साडी पत टक लै। मैं एक बेनती की सी रात, खून तो इस दिल्ली च बड़ा वगया जी, औरंगजेब ने घट की। एक सरमत की कबर है जामा मस्जिद दे कोल, उथे इन्ना कठ नहीं जिन्ना गुरु तेग बहादुर साहब दे। वो प्यारिओ दिल्ली दे चरस्ते तां जुल्म दी भट्ठी विच, दिल्ली दे चरस्ते तां सच एवे बेगुनाहां दे खून रंगे पए सन, पर वो चांदनी चौक जिथे गुरु नानक दे नवाजिया होयां दे खून दे तुबके डिगे, सदियां लंघण तो बाद भी इस चौक वाल लंघदा होया सिख सजदे पिया कर दिया, क्योंकि वो डुलिया होया खून आकार था नहीं। मैं फिर विषय च रह के बेनती करा, मैं समय विच रह के अर्ज करनी है, सानू किवें पता लगे साडा मन जागे। गुरु तेग बहादुर वार वार कहते जाग ले हो रे मना, जाग ले हो कहां गाफल सोया, जो तन उपजा सांगी सो भी संग न होया। गुरु हर राय साहब ने पूछा सतगुरु बाणी मन जागन की व्याख्या कर दी, पर जागे मन की निशानी की? मेरा ख्याल ये मैं तुसी सारे मान लांगे तो किसी को पूछन नहीं लैन दी बाबा जी मन जागया की हुंदा। कहंदे जिस दिन जपजी का पाठ करदियां तेनू एक एक तुक मिठी लगन लग पवे, जिस दिन बाणी पढ़दियां तेरा अंदर बाणी वाले पासों खिले ही ना, किसी को पुछी ना, चेते रखी जागे कोई मन ही शब्द का रस लेंदे ने, सुते कोई मन तां वरके अगे थुल के टाइम पास करदे। मन जागे की ये निशानी तां उर लग गया मीठी बाणी। गुरु रामदास का अंदर जागे कबल सहज प्रगासिया, सहज अवस्था विच हिरदा कौल खिड़िया है। आप है निडर निरंजन कालक तो रहत घरै लहा, उन्होंने कोई भटकना की लोड़ नहीं। गुरु रामदास ने अपै कालक तो रहत परमात्मा नूं अपने घरों पा लिया। ये दो तुकां तीजे सवैये दियां हो गईयां। तीजी तुक है सतगुर दयाल। चेते रखियो पहला लफ्ज सतगुर जिहड़ा सस्सा तत्ता गग्गे नूं औंकड़ ते रारा सतगुर, जिहदे अर्थ असीं कीते ने गुरु रामदास सतगुरु। हुण आया सतगुर दे रारे नूं सिहारी दर ते सतगुरु ने सतगुर दयाल हर नाम दृढ़ाया। इत्थे सतगुर दे अर्थ होणगे गुरु अमरदास जी दे, कि गुरु रामदास दी सिफत कि हे गुरु रामदास जी सतगुरु गुरु अमरदास ने हर नाम दृढ़ाया, तुहानू पार ब्रह्म परमेश्वर खरी दा नाम दृढ़ कराया। महाराज तिस प्रसाद उस नाम दी तुफैलश, उस नाम दी बरकत नाल, उस नाम दी करामात नाल तिस प्रसाद बस पंच करे, जेड़े पंज विकार काम क्रोध लोभ मोह अहंकार सारी दुनिया नू ठगदे ने। हे गुरु रामदास गुरु अमरदास ने नाम दृढ़ कराया, तू पंजा नू अपनी गिरफ्त विच घुट के बंद, तेरे अंदर फुरना कोई उठ रही। फिर बेनती सुनियो, भट्टां दी एक बचन है जी अगे आएगा, क्योंकि मैं पहला विचों कही जाना वा गुरु साहब की सिर च आएगा। समरथ गुरु सिर हथ धरियो, गुर कीनी किरपा हर नाम दियो। गुरु अमरदास ने तुहाडे सिर ते हथ रखिया,
इत्थों तक भट्ट कहते ने कि जदों गुरु अमरदास के दर्शन गुरु रामदास ने किए, सच एवे कि गुरु रामदास का सारे दुख भुल गए, उन्हां अंदर नाम की बारिश होने लग पई, क्योंकि गुरु अमरदास ने इहो जिहा नाम दृढ़ कराया, उन्हां दा अंदर सदीव काल दी परम सुख भी चला। ये सोई आगे आएगा जी कि गुरु मुख देख गरु सुख पायो। ये दो लफ्ज ने, एक गुरु ते एक गरु। गरु दा अर्थ है वड्डा। गुरु मुख देख गरु सुख पायो, हुती जो प्यास पीयूष पिवन की बांच सिद्ध को बिद मिलायो। पूर्ण भव मन ठौर बसो रस बासन सो जो दंग दिश धायो। उत्ते शब्द है कि गयो दुख दूर बरखन को, गोबिंद वाल गोबिंदपुरी सम जलन तीर विपास बनायो। गयो दुख दूर बरखन को सो गुरु मुख देख गरु सुख पायो। सतगुरु दयाल हर नाम दृढ़ाया। महाराज कहते तिस प्रसाद वस पंच करे, पंजे विकार गुरु रामदास ने वस कर ले जी। पढ़ो रामकली की वार दी उन्हां दी तुक। लब लोभ काम क्रोध मोह, मार कड्डे तुद सा परवारिया। धन गुरु रामदास की सिबत कि गुरु रामदास काम क्रोध लोभ मोह जिन्नियां भी गंदियां अलामतां ने तू सारियां घरों बाहर कर दियां। क्यों कड्डियां? कहने लगे काम क्रोध नगर बो भरिया मिल साधु खंडल खंडा है। पूर्व लिखत लिखे गुर पाया मन हर लिव मंडल मंडा है। गुरु ने कृपा की साधु दर ते गुरु, गुरु ने अंदर दी वासना नू खंडन करके रख दिता। अगले अखीरलियां तुकां ने कव कल ठाकुर हरदास तने। तने दा लफ्जी अर्थ है जी पुत्र। ठाकुर उदा अपाठ ठाकुर ही है, अर्थ ठाकुर करांगे स्वामी। बाबा हरदास जी गुरु रामदास दे पिता जी तुहाडे पुत्र ने। मैं कई बार सोचना पिता जी तो जदों 7 साल की उम्र दी गुरु रामदास जदों चले गए। आ देखो नाम दियां बरकतां। बापू बड़ी देर पहला चले गए, पर भट्ट गए हुए नूं याद करके कहते ने बाबा हरदास तेरे पुत्र नूं नमस्कार, क्योंकि जिन्हों कोई नहीं भरदा उन्हों तेरा पुत्र भर देंदा है। कब कल ठाकुर हरदास तने, कल भगत कल सहार जी ठाकुर बाबा हरदास जी तेरे पुत्र ने। कौन? गुरु रामदास सार अपार भरे। गुरु रामदास खाली सरोवरां नूं भर देंदे। हुण अगला सवैया अनभव उन्मान अकल लिव लागी। अनभव का अर्थ है अनभवी ज्ञान। पढ़िया होया नहीं, सुनिया होया नहीं, सुते सिद्धा अपने अंदर पैदा होया अनुभव। उन्मान इत्थे उन्मान का अर्थ कईयां ने विचार राही कीता है। अनुमान जिन्हों आपां कहने, एक गुरमुख प्यारे टीकाकार इनू उन्मन मन नाल भी अर्थ करते हैं, मस्ती भरिया। कहते ओ अनभवी ज्ञान जिहड़ा सरूर दिंदा है, जिहड़ा खुमारी दिंदा है, जिहड़ा खुशकी नहीं पैदा करता। गुरु रामदास आप जी दे अंदर वो अनभवी ज्ञान। अकल, अकल का अर्थ है जी जिहड़ा बनावट तो रहत है। कई गुरमुखा अकल दे अर्थ कीते ने कल्पना तो रहत। इहदा अर्थ है परिपूर्ण परमात्मा वैगुरु एक रस। कहते गुरु रामदास आप जी ने अनभवी ज्ञान दे राही उस परमात्मा नाल लिव लाई है। अकल लिव लग उहदे नाल अपनी लिव जोड़ी है जिस दी बनावट कोई नहीं। बनावट का अर्थ है रूप ना रेख ना रंग के चित्रों गुणते प्रभ भिन्न। कहते पारस भेटिया। पारस सारे जाने अपने जी एक वट्टा जिहड़ा लोहे ना छुआ दिओ, पित्तल ना छुआओ, तांबे ना छुआओ, सोना बन जाता। पित्तल तांबा लोहा। इत्थे पारस भेटिया दर ते गुरु अमरदास पारस तुहानू मिले। सहज घरे। सहज का अर्थ उस अवस्था तुरिया अवस्था। धन गुरु अमरदास महाराज पारस तुसी भेटिया। उस पारस दी छू नाल जिन्हों लोग यतीम कहते सन, धन धन गुरु रामदास सच्चा पातशाह बन गया। उस पारस ने सोना नहीं बनाया, याद रखियो। उदाहरण बाणी दित्तियां कि गुरु पारस से लोहे नूं इस तरह करदा, चेते रखियो पारस सिर्फ मैटल नूं सोना बना सकदा है, पर गुरु पारस ओवे जिहड़ा मनूर नूं अपने वर्गा पारस बना सकदा, कला सोना नहीं। अनभव उन्मान अकल लिव लागी।
पारस भेटिया सहज घरे, सतगुर प्रसाद परम पद पाया। सतगुरु गुरु अमरदास दे प्रसाद कृपा नाल गुरु रामदास जी तुसी परम पदवी नूं प्राप्त कीता। भगत पाए, भगत दा अर्थ इत्थे है भगती। भगती पाए दा अर्थ है प्रेम, भंडार भरे। गुरु अमरदास ने इन्नी कृपा की, परम पद दे दिता ते तुहाडा घर परमात्मा दी प्रेमा भगती नाल भरिया होया है। महाराज अखीर ते चौथे सवैया मेटिया जन्मांत, ये दो शब्द ने, जन्मांत जन्म ते अंत। एदा अर्थ हो गया अंत दा अर्थ है मरना। जन्मांत कट्ठा लफ्ज है, एदा लफ्जी अर्थ है दी जन्म अते मरण। जन्म ते मरण मिट गया। मरण पाओ भागा, जेड़ा डर सी मौत दा वो भय भी सदा लई चला गया। चित लागा संतोख सरे, गुरु रामदास दा चित संतोख सर, परमात्मा संतोख सरोवर दे विच लग गया। कब कल ठाकुर हरदास तने गुरु रामदास सर अभर भरे। पट कल सार कहंदे ने गुरु रामदास नमस्कार खाली सरोवरां नूं भरन वालिया, समा समाप्त हो गया। याद रखियो, खाली सरोवर नाम तो बिना हिरदा भी, खाली सरोवर धन तो बिना कंगाल भी, खाली सरोवर संसार दियां लोड़ां तो बिना आतुर बंदा भी। पर गुरु रामदास ऐसे बख्शिंद ने, कोई भी खाली भांडा जांदा वो तो खाली नहीं मुड़दा, वो भर के तोड़दा है। ऐसे गुरु रामदास की सिफत आप सवैये शरण कर रहे हो। बस असी तो इको शब्द कह सकते हैं कि नानक नाम निरंजन जानियो, कीनी भगत प्रेम लिवलाई, तांते अंगद अंग संग भयो सायर, तिन शब्द सुरत कीनी वरखाई। गुरु अमरदास की अकथ कथा है, एक जी कछ कही न जाई, सोडी श्री सकल तारन को अब गुरु रामदास को मिली बिठाई। सतगुरु गुरु रामदास की सिफत च बोल दिया, मेरे तो बेअंत भुल्ला हुई ने। अगले 3 दीवान जेड़े कल सवेरे, कल शामी, परसों सवेरे शीशगंज गुरु तेग बहादुर साहब के चरण परसांगा। वो दाता जिहड़ा चादर पा के सब की पत ढक लेंदा, अज भी ढकदा जी, पर कोई किरपा राम की तरह डिग के देखे। इन्नियां बेनतियां स्वीकार करियो। वाहिगुरू जी का खालसा, वाहिगुरू जी। राम कली